ਵੈਰੀ ਗੁੱਡ ਮਾਰਨਿੰਗ ਫਰੈਂਡਸ। ਅੱਜ ਆਪਾਂ ਸੈਕਸ਼ਨ 14 ਦੀ ਗੱਲ ਕਰਾਂਗੇ। ਸੈਕਸ਼ਨ 14 ਜਿਹੜਾ ਬੇਸਿਕਲੀ ਡੀਲ ਕਰਦਾ, ਇਹ ਡੀਲ ਕਰਦਾ BMF ਨਾਲ। BMF ਵੀ ਕਹਿ ਲਓ ਜਾਂ BFM ਨਾ ਕਹਿ ਲਓ। ਇਹਦਾ ਮਤਲਬ ਕੀ ਹੁੰਦਾ? ਸਟੇਟ ਆਫ ਬੋਡੀ, ਸਟੇਟ ਆਫ ਮਾਈਂਡ, ਸਟੇਟ ਆਫ ਫੀਲਿੰਗ। B ਸਟੈਂਡਸ ਫॉर ਬੋਡੀ, M ਸਟੈਂਡ ਫॉर ਮਾਈਂਡ, F ਸਟੈਂਡ ਫॉर ਫੀਲਿੰਗ। ਸੋ ਇਹਦਾ ਜਿਹੜਾ ਸ਼ਾਰਟ ਕਰਕਸ ਹੈ, ਤੁਸੀਂ ਇਹਨੂੰ BFM ਬੋਲ ਸਕਦੇ ਹੋ। ਸੈਕਸ਼ਨ 14 ਬੇਸਿਕਲੀ ਗੱਲ ਕਰਦਾ ਸਟੇਟ ਆਫ ਮਾਈਂਡ ਦੀ। ਸਟੇਟ ਆਫ ਮਾਈਂਡ ਦੇ ਵਿੱਚ ਮੈਂਸਰੀਆ ਨੂੰ ਕੰਸੀਡਰ ਕੀਤਾ ਜਾਂਦਾ। ਮੈਂਸਰੀਆ ਨੂੰ ਕੰਸੀਡਰ ਕਰਨ ਲਈ 7 ਐਲੀਮੈਂਟਸ ਨੂੰ ਕੰਸੀਡਰ ਕੀਤਾ ਜਾਂਦਾ। ਜਿਹੜੇ 7 ਐਲੀਮੈਂਟਸ ਨੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਕਰਕਸ ਹੈ ਕਿਰਨ GFI। ਕਿਰਨ GFI ਦਾ ਮਤਲਬ ਕੀ ਹੋ ਗਿਆ? K ਸਟੈਂਡ ਫॉर ਨੌਲੇਜ, I ਸਟੈਂਡ ਫॉर ਇੰਟੈਂਸ਼ਨ, R ਸਟੈਂਡ ਫॉर ਰੈਸ਼ਨੈਸ, N ਸਟੈਂਡ ਫॉर ਨੈਗਲੀਜੈਂਸ। GFI ਦਾ ਮਤਲਬ ਕੀ ਹੈ? ਤੁਸੀਂ ਇਹ ਵੀ ਕਹਿ ਸਕਦੇ ਹੋ ਕਿਰਨ GF, ਠੀਕ ਹੈ, ਰਾਈਟ। G ਸਟੈਂਡ ਫॉर ਗੁੱਡ ਫੇਥ, ਗੁੱਡ ਵਿਲ, ਐਂਡ I ਸਟੈਂਡ ਫॉर ਇਲ ਵਿਲ, ਰਾਈਟ। ਜਿਹੜੇ 7 ਐਲੀਮੈਂਟ ਨੇ ਮੈਂਸਰੀਆ ਕੰਸੀਡਰ ਕਰਨ ਦੇ ਲਈ, ਉਹਦਾ ਕਰਕ ਹੈ ਕਿਰਨ GFI ਜਾਂ GFI ਕਿਰਨ, ਠੀਕ ਹੈ। ਤੁਸੀਂ ਇੱਦਾਂ ਵੀ ਯਾਦ ਕਰ ਸਕਦੇ ਹੋ GFI, ਨੇਮ ਕੀ ਹੋ ਗਿਆ ਉਹਦਾ? ਕਿਰਨ, ਠੀਕ ਹੈ। ਤੁਸੀਂ ਇੱਦਾਂ ਵੀ ਯਾਦ ਕਰ ਸਕਦੇ, ਤੁਹਾਡੇ ਰਿਵਾਈਜ਼ ਕਰਨ ਲਈ ਇਹ ਚੀਜ਼ਾਂ ਹੁੰਦੀਆਂ ਨੇ ਕਰਕਸ। ਦੈਨ ਨੈਕਸਟ ਹੈ ਸਟੇਟ ਆਫ ਬੋਡੀ। ਬੋਡੀ ਦੇ ਲਈ ਬੋਡੀ ਔਰ ਬੋਡੀਲੀ ਫੀਲਿੰਗ ਦੋਨਾਂ ਨੂੰ ਕੰਸੀਡਰ ਕੀਤਾ ਜਾਂਦਾ। ਸਟੇਟ ਆਫ ਮਾਈਂਡ ਨੂੰ ਕੈਲਕੂਲੇਟ ਕਰਨ ਲਈ ਜਾਂ ਕੰਸੀਡਰ ਕਰਨ ਲਈ ਮੈਂਟਲ ਐਲੀਮੈਂਟ ਨੂੰ ਕੰਸੀਡਰ ਕੀਤਾ ਜਾਂਦਾ। ਜਦ ਤੱਕ ਮੈਂਸਰੀਆ, ਬੇਸਿਕਲੀ ਮੈਂਟਲ ਐਲੀਮੈਂਟ ਕੀ ਹੈ? ਮੈਂਸਰੀਆ ਨੂੰ ਤਦ ਤੱਕ ਨਹੀਂ ਦੇਖਿਆ ਜਾ ਸਕਦਾ ਜਾਂ ਕੰਸੀਡਰ ਨਹੀਂ ਕੀਤਾ ਜਾ ਸਕਦਾ ਜਦ ਤੱਕ ਕਿ ਕ੍ਰਾਈਮ ਕਮਿਟਡ ਨਾ ਹੋਵੇ। ਔਰ ਮੈਂਸਰੀਆ ਨੂੰ ਪ੍ਰੂਫ ਕਰਨ ਲਈ ਡਾਇਰੈਕਟ ਤਾਂ ਕੋਈ ਐਵੀਡੈਂਸ ਨਹੀਂ ਹੈ ਜਦ ਤੱਕ ਕਿ ਕ੍ਰਾਈਮ ਨਾ ਹੋਵੇ। ਜਾਂ ਫਿਰ ਕਦੋਂ ਪ੍ਰੂਵ ਕੀਤਾ ਜਾ ਸਕਦਾ? ਕੈਨ ਬੀ ਪ੍ਰੂਵਨ ਬਾਏ ਸਰਕਮਸਟੈਂਸ਼ੀਅਲ ਐਵੀਡੈਂਸ ਹੋ ਜਾਣ, ਜਾਂ ਫਿਰ ਕੰਡਕਟ ਹੋਵੇ ਪਾਰਟੀ ਦਾ। ਕੰਡਕਟ ਜਿਹੜਾ ਹੈਗਾ ਬਿਫੋਰ ਵੀ ਹੋ ਸਕਦਾ, ਡਿਊਰਿੰਗ ਵੀ ਹੋ ਸਕਦਾ, ਆਫਟਰ ਵੀ ਹੋ ਸਕਦਾ। ਕਿਹਨਾਂ ਦੇ ਬਿਫੋਰ, ਡਿਊਰਿੰਗ ਔਰ ਆਫਟਰ ਹੋ ਸਕਦਾ? ਕਮਿਸ਼ਨ ਆਫ ਅਫੈਂਸ ਦੇ ਡਿਊਰੇਸ਼ਨ ਦੇ ਵਿੱਚ। ਜਿਹੜਾ ਮੈਂਸਰੀਆ ਹੈਗਾ ਇਹ ਬੇਸਿਕਲੀ ਤਾਂ ਡਿਫਾਈਨ ਨਹੀਂ ਕੀਤਾ ਹੋਇਆ ਕਿਸੇ ਵੀ ਇਨੈਕਟਮੈਂਟ ਦੇ ਵਿੱਚ, ਬਟ ਇਹਦਾ ਜਰਨਲੀ ਜਿਹੜਾ ਮੀਨਿੰਗ ਹੈਗਾ ਉਹਦਾ ਮਤਲਬ ਕੀ ਹੁੰਦਾ? ਗਿਲਟੀ ਮਾਈਂਡ, ਜਿਹਦੇ ਦਿਮਾਗ ਦੇ ਵਿੱਚ ਕੁਛ ਗਲਤ ਚੱਲ ਰਿਹਾ ਹੋਵੇ, ਕੁਛ ਗਲਤ ਕਰਨ ਦੀ ਹਰਕਤ ਚੱਲ ਰਹੀ ਹੋਵੇ। ਐਂਡ ਐਵੀਡੈਂਸ ਕੈਨ ਬੀ ਗਿਵਨ ਆਫ, ਕਿਸੇ ਵੀ ਫੈਕਟ ਦੇ ਦੁਆਰਾ ਹੋ ਸਕਦਾ ਜਾਂ ਕੋਰਟ ਨੂੰ ਹੈਲਪ ਕਰ ਸਕਦਾ ਕਿਸੇ ਵੀ ਬੰਦੇ ਦਾ ਸਟੇਟ ਆਫ ਮਾਈਂਡ ਨੂੰ ਡਿਟਰਮਿਨ ਕਰਨ ਰਿਗਾਰਡਿੰਗ। ਐਗਜ਼ਾਮਪਲ ਕਰ ਲੈਂਦੇ ਹਾਂ। ਲੈਟਸ ਸਪੋਜ਼ A was caught for receiving the stolen goods. He alleged that the time he was not aware that the goods were stolen. On the other hand, prosecution proved that the stolen goods of various robberies are also found from the A's possession. ਪਹਿਲਾਂ ਉਹ ਕਹਿੰਦਾ A ਨੂੰ ਫੜਿਆ ਗਿਆ ਚੋਰੀ ਦੀ ਗੁੱਡਸ ਦੇ ਕਰਕੇ, ਪਰ ਇਹ ਕਲੇਮ ਕੀ ਕਰ ਰਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਗੁੱਡਸ ਚੋਰੀ ਦੀਆਂ। ਬਟ ਬਾਅਦ ਦੇ ਵਿੱਚੋਂ ਪ੍ਰੋਸੀਕਿਊਸ਼ਨ ਨੇ ਕੀ ਪ੍ਰੂਵ ਕੀਤਾ ਕਿ A ਦੇ ਕੋਲ ਬਹੁਤ ਸਾਰਾ ਹੋਰ ਵੀ ਚੋਰੀ ਦਾ ਸਮਾਨ ਪਾਇਆ ਗਿਆ ਜਿਹੜਾ ਕਿ ਉਹਨੇ ਲੁੱਟਾਂ ਖੋਹਾਂ 'ਚ ਮਿਲਿਆ ਸੀਗਾ। ਸੋ ਇਹ ਫੈਕਟ ਕੀ ਐਸਟੈਬਲਿਸ਼ ਕਰਦਾ ਪ੍ਰੋਸੀਕਿਊਸ਼ਨ? ਸਟੇਟ ਆਫ ਮਾਈਂਡ। ਸਟੇਟ ਆਫ ਮਾਈਂਡ ਕੀ ਹੈ ਕਿ ਬੇਸਿਕਲੀ ਜਿਹੜਾ A ਹੈ ਉਹ ਚੋਰੀ ਚਕਾਰੀ ਦੀ ਚੀਜ਼ਾਂ ਦੇ ਵਿੱਚ ਡੀਲ ਕਰਦਾ। ਨੈਕਸਟ ਐਗਜ਼ਾਮਪਲ ਦੇਖ ਲੈਂਦੇ ਆਪਾਂ। ਸਮ ਫੇਕ ਕਰੰਸੀ ਨੋਟ ਮਿਲਦੇ ਆ ਕਿਸੇ ਦੇ ਕੋਲੋਂ, ਲੈਟਸ ਸਪੋਜ਼ A ਕੋਲੋਂ ਹੀ ਮਿਲਦੇ। ਸੋ ਉਹ ਲਾਇਬਲ ਹੋ ਜਾਂਦਾ ਕਿਸ ਚੀਜ਼ ਦੇ ਲਈ? ਫੇਕ ਕਰੰਸੀ ਨੋਟ ਰੱਖਣ ਦੇ ਲਈ। ਅਗਰ ਜਿਹੜਾ ਐਕਿਊਜ਼ ਹੈ, ਮੰਨ ਲਓ ਜਿਹੜਾ A ਹੈ ਉਹ ਡਿਫੈਂਸ ਲੈਂਦਾ ਕਿ ਉਹ ਤਾਂ ਬੇਸਿਕਲੀ he went to a banker and show the same currency note, then this fact shows that good faith which is relevant under the section 14 state of mind of the accused. Let's suppose ਉਹ ਕਹਿੰਦਾ ਕਿ ਮੇਰੇ ਕੋਲ ਫੇਕ ਕਰੰਸੀ ਨੋਟ ਮਿਲੇ ਬਟ ਮੈਨੂੰ ਨਹੀਂ ਸੀ ਪਤਾ ਇਹ ਫੇਕ ਹੈ। ਮੈਂ ਬੈਂਕਰ ਕੋਲ ਗਿਆ, ਮੈਂ ਬੈਂਕਰ ਨੂੰ ਇਹ ਨੋਟ ਚੈੱਕ ਕਰਾਏ, ਠੀਕ ਹੈ। ਇਹ ਕੀ ਹੈ? ਉਹਦਾ ਵਿਸ਼ਵਾਸ ਦਿਖਾਇਆ ਜਾ ਰਿਹਾ। ਸੋ ਇਹਦੇ ਵਿੱਚ ਉਹਦਾ ਮੈਂਸਰੀਆ ਐਕਿਊਜ਼ ਦਾ ਨਹੀਂ ਦਿਖ ਰਿਹਾ ਕਿ ਬੇਸਿਕਲੀ ਉਹ ਫੇਕ ਕਰੰਸੀ ਨੋਟਸ ਦੇ ਵਿੱਚ ਡੀਲ ਕਰਦਾ। ਮੰਨ ਲਓ ਇਸ ਕੰਡੀਸ਼ਨ ਦੇ ਵਿੱਚ ਉਹਦੇ ਕੋਲ ਹੋਰ ਵੀ ਬਹੁਤ ਸਾਰੀ ਕੰਟਰੀਜ਼ ਦੇ ਫੇਕ ਕਰੰਸੀ ਪਾਈਆਂ ਜਾਂਦੀਆਂ, ਦੈਨ ਆਪਾਂ ਕਲੇਮ ਕਰ ਸਕਦੇ ਸੀ ਕਿ ਜਿਹੜਾ ਇਹ ਪਰਸਨ ਹੈ ਇਹਦਾ ਜਿਹੜਾ ਗਿਲਟੀ ਮਾਈਂਡ ਔਰ ਯੂਜ਼ਲੀ ਇਹ ਫੇਕ ਕਰੰਸੀਜ਼ ਦੇ ਵਿੱਚ ਡੀਲ ਕਰਦਾ।